ਬਾਜ ਟੀਵੀ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓ ਕੰਸਲਟੈਂਟ ਵੱਲੋਂ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ। ਪਹਿਲੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਮੈਂ ਚਾਹੁੰਦਾ ਕਿ ਪਿੱਛੇ ਜਿੰਨੇ ਵੀ ਆਪਣੇ ਪ੍ਰੋਗਰਾਮ ਹੋ ਚੁੱਕੇ ਹੈ ਉਹਨਾਂ ਦਾ ਥੋੜਾ ਜਿਹਾ ਸਾਰੰਸ਼ ਤੁਹਾਨੂੰ ਦੱਸਦੇ ਹਾਂ, ਕਿਉਂਕਿ ਹਰ ਪ੍ਰੋਗਰਾਮ ਦੇ ਨਾਲ ਕੁਛ ਨਾ ਕੁਛ ਨਵੇਂ ਸਰੋਤੇ ਜੁੜਦੇ ਨੇ ਔਰ ਨਵੇਂ ਸਰੋਤਿਆਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਪਿੱਛੇ ਕੀ ਹੋਇਆ, ਕਿਉਂਕਿ ਇਹ ਇੱਕ ਲੜੀਵਾਰ ਸੀਰੀਅਲ ਵਾਈਜ਼ ਚੱਲ ਰਹੀ ਗੱਲ ਹੈਗੀ ਹੈ ਔਰ ਸੀਰੀਅਲ ਵਾਈਜ਼ ਜੋ ਵੀ ਕੁਝ ਚੱਲਦਾ ਹੁੰਦਾ ਉਹਦੇ ਵਾਸਤੇ ਪਹਿਲਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਇਸ ਲਈ ਮੈਂ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਪਿੱਛੇ ਹੋ ਚੁੱਕੇ ਪ੍ਰੋਗਰਾਮਾਂ ਦੀ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਹਾਲ ਚੱਲਾਂਗੇ ਨਵਾਂ ਪ੍ਰੋਗਰਾਮ ਦੇ ਨਾਲ। ਸੋ ਅਸੀਂ ਹੁਣ ਤੱਕ ਇਹ ਜਾਣਦੇ ਆਏ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੁੰਦੀ ਹੈ। ਉਹਦੇ ਬਾਰੇ ਅਸੀਂ ਆਦਮੀ ਦੇ ਜਨਨ ਅੰਗਾਂ ਦੀ ਜਾਣਕਾਰੀ ਤੁਹਾਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਦਿੱਤੀ ਸੀ। ਥੋੜੀ ਜਾਣਕਾਰੀ ਔਰਤ ਦੇ ਜਨਨ ਅੰਗਾਂ ਦੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਨਾਲ ਇਹ ਬੇਨਤੀ ਕੀਤੀ ਸੀ ਭਈ ਜਿਹੜੇ ਕਿਉਂਕਿ ਸੈਂਸਿਟਿਵ ਮੈਟਰ ਹੈ, ਸਾਡੇ ਮੈਡੀਕਲ ਕਾਲਜ ਤੇ ਇੱਕ ਸਧਾਰਨ ਗੱਲ ਆ, ਪਰ ਆਮ ਪਬਲਿਕ ਵਿੱਚ ਇਸ ਗੱਲ ਨੂੰ ਵਿਚਾਰਨ ਵਾਸਤੇ ਬੜੇ ਚੁਣ ਕੇ ਲਫ਼ਜ਼ ਇਸਤੇਮਾਲ ਕਰਨੇ ਪੈਂਦੇ ਨੇ ਤਾਂ ਕਿ ਕਿਸੇ ਨੂੰ ਕੋਈ ਅਸਭਿਅਕ ਨਾ ਲੱਗੇ। ਔਰ ਇਸ ਗੱਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਿ ਜਿਹੜੀਆਂ ਮਾਂ ਭੈਣਾਂ ਬੱਚੀਆਂ ਇਹ ਪ੍ਰੋਗਰਾਮ ਸੁਣ ਰਹੀਆਂ ਨੇ, ਬੇਸ਼ੱਕ ਇਹ ਜ਼ਰੂਰੀ ਪ੍ਰੋਗਰਾਮ ਹੈ, ਉਹਨਾਂ ਦੇ ਜਾਣਨ ਵਾਸਤੇ ਵੀ ਬਹੁਤ ਜ਼ਰੂਰੀ ਗੱਲ ਹੈਗੀ ਹੈ, ਪਰ ਜੇ ਉਹ ਨਾ ਸੁਣਨਾ ਚਾਹੁਣ ਤਾਂ ਬੰਦ ਕਰ ਸਕਦੀਆਂ ਨੇ। ਪਰ ਹਾਂ, ਇਹ ਵਿਸ਼ਾ ਤੁਹਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈਗਾ ਆ ਔਰ ਇਸ ਵਿਸ਼ੇ ਦੇ ਵਿੱਚੋਂ ਤੁਸੀਂ ਗੁਜ਼ਰਨਾ ਹੈ। ਜ਼ਿੰਦਗੀ ਦੇ ਵਿੱਚ ਜਦੋਂ ਵਾਹ ਪੈਣਾ ਹੈ ਤੁਹਾਡਾ ਤਾਂ ਤੁਸੀਂ ਇਸ ਸਾਰੇ ਹਾਲਾਤ ਦੇ ਵਿੱਚੋਂ ਗੁਜ਼ਰਨਾ ਹੈ ਤੇ ਜਿਸ ਹਾਲਾਤ ਵਿੱਚੋਂ ਤੁਸੀਂ ਗੁਜ਼ਰਨਾ ਹੋਵੇ ਉਹਦੀ ਜਾਣਕਾਰੀ ਪ੍ਰਾਪਤ ਤੁਹਾਨੂੰ ਹੋਣੀ ਚਾਹੀਦੀ। ਸੋ ਇਸ ਕਰਕੇ ਮੈਂ ਇਸ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਰੇ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣੋ ਜਿਹੜੇ ਇੰਟਰਸਟਿਡ ਹਨ, ਤਾਂ ਕਿ ਤੁਸੀਂ ਇਹ ਜਾਣ ਸਕੋ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਹੁੰਦੀ ਕਿਵੇਂ ਹੈ, ਕੀ ਕੁਛ ਹੁੰਦਾ ਹੈਗਾ। ਸੋ ਹੁਣ ਤੱਕ ਜੋ ਅਸੀਂ ਵਿਚਾਰਿਆ ਸੀ ਉਹ ਇਹ ਸੀ ਕਿ ਸਪਰਮ ਟੈਸਟਿਸ ਵਿੱਚੋਂ ਨਿਕਲ ਕੇ ਵਜਾਈਨਲ ਏਰੀਏ ਵਿੱਚ ਦਾਖਲ ਹੁੰਦੇ ਨੇ। 150 ਤੋਂ 120 ਤੋਂ 150 ਮਿਲੀਅਨ ਤੱਕ ਸਾਰੇ ਸਪਰਮ ਹੁੰਦੇ ਨੇ ਔਰ ਇੰਨੀ ਜ਼ਿਆਦਾ ਗਿਣਤੀ ਇਸ ਕਰਕੇ ਹੁੰਦੀ ਹੈ ਕਿਉਂਕਿ ਥਾਂ ਥਾਂ ਤੇ ਇਹਨਾਂ ਦੀ ਡੈਥ ਹੋਣੀ ਹੈ, ਥਾਂ ਥਾਂ ਤੇ ਇਹਨਾਂ ਨੇ ਘਟਨਾ ਹੁੰਦਾ। ਜਿਹੜੇ ਹਾਲਾਤ ਇਹਨੂੰ ਵਾਪਰਨੇ ਨੇ, ਇਸ ਫੌਜ ਨੂੰ ਉਹਨਾਂ ਨੇ ਮੁਕਾਬਲਾ ਕਰਨਾ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਇਹਨਾਂ ਦੀ ਮੌਤ ਹੋਣੀ ਹੈ ਔਰ ਅਲਟੀਮੇਟ ਇੱਕ ਹੀ ਸਪਰਮ ਦੀ ਜ਼ਰੂਰਤ ਹੁੰਦੀ ਹੈ ਇੱਕ ਓਵਮ ਨੂੰ ਫਰਟੀਲਾਈਜ਼ ਕਰਨ ਵਾਸਤੇ। ਪਰ ਇਹ ਸਾਰੀ ਫੌਜ ਦਾ ਸਾਰਾ ਵੇਰਵਾ ਮੈਂ ਤੁਹਾਡੇ ਨਾਲ ਪਿਛਲੇ ਹਫ਼ਤੇ ਪ੍ਰੋਗਰਾਮ ਵਿੱਚ ਸਾਂਝਾ ਕਰ ਚੁੱਕਿਆ ਹਾਂ ਕਿ ਬਹੁਤ ਸਾਰੇ ਸਪਰਮ ਦੀ ਜਿਹੜੀ ਡੈਥ ਹੈ ਉਹ ਵਜਾਈਨਲ ਏਰੀਏ ਦੇ ਵਿੱਚ ਹੋ ਜਾਂਦੀ ਹੈ ਕਿਉਂਕਿ ਐਸਿਡਿਟੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਸਪਰਮ ਜਿਹੜੇ ਨੇ ਉਹ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ। ਬੱਚੇਦਾਨੀ ਵਿੱਚੋਂ ਲੰਘਦਿਆਂ ਹੋਇਆਂ ਜਦੋਂ ਫੈਲੋਪੀਅਨ ਟਿਊਬ ਦੇ ਵਿੱਚ ਪਹੁੰਚਦੇ ਨੇ ਤੇ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੇ ਸਪਰਮ ਜਿਹੜੇ ਨੇ ਜਦੋਂ ਓਵਮ ਦਾ ਮਿਲਾਪ ਹੁੰਦਾ ਹੈ ਤੇ ਓਵਮ ਨੂੰ ਘੇਰਦੇ ਨੇ ਔਰ ਉਸ ਨੂੰ ਘੇਰਨ ਤੋਂ ਬਾਅਦ ਉਹਦੇ ਵਿੱਚ ਦਾਖਲ ਨਹੀਂ ਹੋ ਸਕਦੇ ਤੇ ਅਲਟੀਮੇਟ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਔਰ ਉਹਦੇ ਵਿੱਚੋਂ ਇੱਕ ਨਿਕਲਣ ਵਾਲਾ ਮਵਾਦ ਜਿਹਨੂੰ ਅਸੀਂ ਆਟੋਲਾਈਸਿਸ ਦਾ ਇੱਕ ਪ੍ਰੋਸੈਸ ਕਹਿੰਦੇ ਆ, ਉਸ ਅਨੁਸਾਰ ਇਹ ਸਪਰਮ ਸਾਰੇ ਜਿਹੜੇ ਨੇ ਇਹਨਾਂ ਦੇ ਇਹ ਗਲ ਜਾਂਦੇ ਨੇ ਔਰ ਇਹਨਾਂ ਦੇ ਗਲਣ ਦੇ ਨਾਲ ਹੀ ਜਿਹੜਾ ਓਵਮ ਦਾ ਬਾਹਰਲਾ ਲੇਅਰ ਹੈ ਜੋ ਸਖਤ ਸੀਗਾ, ਜੋਨਾ ਪੈਲੂਸਿਡਾ, ਉਸ ਲੇਅਰ ਦਾ ਨਾਂ ਸੀਗਾ, ਉਹ ਲੇਅਰ ਵੀ ਗਲ ਜਾਂਦਾ ਹੈ ਤੇ ਜਿਸ ਤੋਂ ਬਾਅਦ ਲੇਟ ਕਮਿੰਗ ਲਾਸਟ ਵਿੱਚ ਆਉਣ ਵਾਲਾ ਸਪਰਮ ਜਿਹੜਾ ਹੈ ਉਹ ਇਹਦੇ ਵਿੱਚ ਦਾਖਲ ਹੋਣ ਦੇ ਯੋਗ ਹੋ ਜਾਂਦਾ ਹੈਗਾ ਔਰ ਉਹਦਾ ਵੀ ਸਿਰਫ ਕੇਵਲ ਸਿਰ ਇਹਦੇ ਵਿੱਚ ਦਾਖਲ ਹੁੰਦਾ ਹੈ, ਪੂਛ ਨਹੀਂ ਦਾਖਲ ਹੁੰਦਾ। ਸੋ ਅਲਟੀਮੇਟਲੀ ਇਹ ਸਥਿਤੀ ਜਿਹੜੀ ਸੀਗੀ ਇਹ ਇੱਥੇ ਪਹੁੰਚ ਕੇ ਆਪਾਂ ਪਿਛਲੇ ਹਫ਼ਤੇ ਛੱਡ ਦਿੱਤੀ ਸੀ ਕਿ ਇਸ ਹਾਲਾਤ ਦੇ ਵਿੱਚ ਫਰਟੀਲਾਈਜ਼ੇਸ਼ਨ ਹੋ ਗਿਆ। ਇਸ ਨੂੰ ਅਸੀਂ ਕਹਿੰਦੇ ਹਾਂ ਫਰਟੀਲਾਈਜ਼ੇਸ਼ਨ, ਓਵਮ ਦਾ ਫਰਟੀਲਾਈਜ਼ੇਸ਼ਨ ਹੋ ਗਿਆ ਕਿ ਜੀਵਨ ਦੀ ਸ਼ੁਰੂਆਤ ਪਹਿਲਾਂ ਹੋ ਗਈ, ਬੀਜ ਸ਼ੁਰੂ ਹੋ ਗਿਆ। ਅੱਜ ਅਸਾਂ ਇਹ ਵਿਚਾਰਨਾ ਹੈ ਕਿ ਓਵਮ ਕਿੱਥੋਂ ਆਇਆ। ਸਪਰਮ ਦੀ ਸਾਰੀ ਕਹਾਣੀ ਟੈਸਟਿਸ ਤੋਂ ਲੈ ਕੇ ਹੁਣ ਤੱਕ ਦੀ ਆਪਾਂ ਬਿਆਨ ਕਰ ਦਿੱਤੀ, ਸਪਰਮ ਦੇ ਸਫ਼ਰ ਦੀ ਬਿਆਨ ਕਰ ਦਿੱਤੀ ਸੀ ਔਰ ਉਹ ਸੀ ਕਿ ਓਵਮ ਕਿੱਥੋਂ ਆਇਆ। ਔਰਤ ਦੇ ਜਨਨ ਅੰਗਾਂ ਦੇ ਵਿੱਚ ਅਸੀਂ ਵਜਾਈਨਲ ਬਾਹਰ ਦੇ ਵਲਵਾ ਤੇ ਅੰਦਰ ਵਾਲੇ ਅੰਗਾਂ ਨੂੰ ਵਜਾਈਨਲ ਏਰੀਆ ਔਰ ਉਸ ਤੋਂ ਬਾਅਦ ਯੂਟਰਸ ਤੇ ਯੂਟਰਸ ਦੇ ਤਿੰਨੋਂ ਹਿੱਸੇ ਅਸੀਂ ਪਿਛਲੇ ਹਫ਼ਤੇ ਦੇ ਵਿੱਚ ਵਿਚਾਰ ਚੁੱਕੇ ਹਾਂ ਕਿ ਹੇਠਾਂ ਵਾਲਾ ਹਿੱਸਾ ਜਿਹੜਾ ਬੱਚੇਦਾਨੀ ਦੇ ਵਿੱਚ ਖੁੱਲਦਾ ਹੈ ਉਸ ਨੂੰ ਸਰਵਿਕਸ ਕਹਿੰਦੇ ਨੇ, ਜਿਹੜਾ ਉੱਪਰ ਵਾਲਾ ਹਿੱਸਾ ਹੁੰਦਾ ਉਸ ਨੂੰ ਬਾਡੀ ਆਫ ਦੀ ਯੂਟਰਸ ਕਹਿੰਦੇ ਨੇ, ਜਿਹੜਾ ਇੱਕ ਤਿਕੋਣੀ ਜੀ ਸ਼ਕਲ ਦਾ ਹੁੰਦਾ ਆ ਔਰ ਫਲੈਟ ਹੁੰਦਾ ਆ।
ਇਹ ਆਮ ਤੌਰ ਤੇ 7 ਸੈਂਟੀਮੀਟਰ ਦੀ ਇਹਦੀ ਲੰਬਾਈ ਹੁੰਦੀ ਹੈ ਟੋਟਲ ਯੂਟਰਸ ਦੀ। ਜਿਹੜਾ ਉੱਪਰ ਵਾਲਾ ਹਿੱਸਾ ਹੁੰਦਾ ਹੈ ਉਸ ਨੂੰ ਫੰਡਸ ਆਫ ਦੀ ਯੂਟਰਸ ਕਹਿੰਦੇ ਆ। 3 ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਯੂਟਰਸ ਨੂੰ ਆਮ ਤੌਰ ਤੇ ਪੜ੍ਹਾਉਂਦੇ ਆ। ਔਰ ਇਹਦੇ ਵਿੱਚ ਇੱਕ ਸਲਿੱਟ ਵਰਗਾ ਸੁਰਾਖ ਹੁੰਦਾ ਹੈ ਜਿਹੜਾ ਵਿੱਚੋਂ ਵਿੱਚ ਇਸ ਦੇ ਵਿੱਚ ਜਾਂਦਾ ਹੈ, ਔਰ ਇਹਦੀ ਮੋਟਾਈ 2.5 ਇੰਚ ਦੇ ਕਰੀਬ ਹੁੰਦੀ ਹੈ ਨਾਰਮਲ ਸ਼ੁਰੂਆਤ ਦੇ ਵਿੱਚ, ਜਿਹਨੂੰ ਅਸੀਂ ਨਲੀ ਪੈਰਿਸ ਯੂਟਰਸ ਕਹਿੰਦੇ ਹਾਂ, ਜਿਹਦੇ 'ਚ ਅਜੇ ਕੋਈ ਬੱਚਾ ਪੈਦਾ ਨਹੀਂ ਹੋਇਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਹਿਲੇ ਹਾਲਾਤ ਦੇ ਵਿੱਚ। ਉਸ ਤੋਂ ਬਾਅਦ ਬੱਚਾ ਹੋਣ ਤੋਂ ਬਾਅਦ ਇਹਦੀਆਂ ਕੰਡੀਸ਼ਨਾਂ ਬਦਲ ਜਾਂਦੀਆਂ ਨੇ, ਇਹਦੇ ਹਾਲਾਤ, ਇਹਦੀ ਸ਼ੇਪ, ਇਹਦੀ ਸ਼ਕਲ ਬਦਲ ਜਾਂਦੀ। ਜਿਵੇਂ ਸਰਵਿਕਸ ਦਾ ਮੂੰਹ ਜਿਹੜਾ ਬੱਚੇਦਾਨੀ ਵਿੱਚ ਖੁੱਲ੍ਹਦਾ ਹੈਗਾ ਉਹ ਪਹਿਲਾਂ ਟ੍ਰਾਇੰਗੂਲਰ ਸ਼ੇਪ ਦਾ ਹੁੰਦਾ ਹੈ ਤੇ ਬੱਚਾ ਹੋਣ ਤੋਂ ਬਾਅਦ ਇਹ ਰੈਗੂਲਰ ਸ਼ੇਪ ਦਾ ਹੋ ਜਾਂਦਾ ਹੈਗਾ। ਪਹਿਲਾਂ ਇਨਵਰਟਡ ਹੁੰਦਾ ਹੈ, ਬਾਅਦ 'ਚ ਆਊਟਵਰਟਡ ਹੋ ਜਾਂਦਾ ਹੈ, ਬਾਹਰ ਨੂੰ ਖੁੱਲ੍ਹਣਾ ਸ਼ੁਰੂ ਹੋ ਜਾਂਦਾ, ਜਿਵੇਂ ਮੋਟੇ ਬੁੱਲ ਬਾਹਰ ਨੂੰ ਹੁੰਦੇ ਨੇ। ਲਾਈਕ ਦੈਟ ਇਸ ਤਰ੍ਹਾਂ ਦੀ ਕੰਡੀਸ਼ਨ ਚੇਂਜ ਹੁੰਦੀ ਰਹਿੰਦੀ। ਪਰ ਇਹ ਸਾਰੀਆਂ ਗੱਲਾਂ ਦਾ ਵੇਰਵਾ ਉਦੋਂ ਆਉਣਾ ਹੈ ਜਦੋਂ ਮੈਂ ਬਿਮਾਰੀਆਂ ਸੰਬੰਧੀ ਵਿਚਾਰ ਕਰਨੀ ਹੈ ਕਿ ਬਿਮਾਰੀਆਂ ਔਰਤ ਦੇ ਸਰੀਰ ਵਿੱਚ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਬੱਚੇਦਾਨੀ ਦੀਆਂ ਕਿਹੜੀਆਂ ਬਿਮਾਰੀਆਂ ਨੇ, ਵੈਜਾਈਨਲ ਏਰੀਆ 'ਚ ਕਿਹੜੀਆਂ ਬਿਮਾਰੀਆਂ ਨੇ। ਜਦੋਂ ਬਿਮਾਰੀਆਂ ਦਾ ਵੇਰਵਾ ਸਟਾਰਟ ਹੋਏਗਾ ਤੇ ਉਸ ਵੇਲੇ ਇਹ ਸਾਰੀ ਕਿਰਿਆ ਨੂੰ ਫਿਰ ਮੈਂ ਦੁਬਾਰਾ ਦੁਹਰਾਵਾਂਗਾ ਤੁਹਾਡੇ ਵਾਸਤੇ। ਪਰ ਹੁਣ ਕਿਉਂਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਗੱਲ ਕਰ ਰਹੇ ਹਾਂ, ਆਪਾਂ ਉਹਦੇ ਨਾਲ ਹੀ ਸੰਬੰਧਿਤ ਇਸ ਨੂੰ ਲੈ ਕੇ ਚੱਲਣਾ ਹੈ ਤੇ ਪੁਆਇੰਟ ਮੈਂ ਇਸੇ ਕਰਕੇ ਵਿੱਚ ਛੱਡਦਾ ਜਾ ਰਿਹਾ ਹਾਂ ਕਿਉਂਕਿ ਇਹਨਾਂ ਨੇ ਦੁਬਾਰਾ ਫਿਰ ਸਾਡੇ ਸਾਹਮਣੇ ਆਉਣਾ ਹੈ ਜਦੋਂ ਬਿਮਾਰੀਆਂ ਦੀ ਗੱਲ ਹੋਣੀ ਹੈ। ਸੋ ਖੈਰ, ਉਸ ਤੋਂ ਬਾਅਦ ਬੱਚੇਦਾਨੀ ਤੋਂ ਅੱਗੇ 2 ਫੈਲੋਪੀਅਨ ਟਿਊਬਸ ਦੀ ਅਸੀਂ ਗੱਲ ਕੀਤੀ ਸੀ। ਔਰ ਇਹ ਗੱਲ ਮੈਂ ਫਿਰ ਦੁਬਾਰਾ ਇੱਕ ਵਾਰ ਦੁਹਰਾ ਦਿਆਂ ਕਿ ਆਦਮੀ ਦੇ ਜਨਨ ਅੰਗ ਜ਼ਿਆਦਾਤਰ ਬਾਹਰੀ ਹਨ, ਉਹਨਾਂ ਨੂੰ ਅੰਦਰੂਨੀ ਹੀਟ ਜ਼ਿਆਦਾਤਰ ਨਹੀਂ ਚਾਹੀਦੀ। ਔਰ ਜਿਹੜੇ ਔਰਤ ਦੇ ਅੰਗ ਨੇ ਉਹ ਜ਼ਿਆਦਾਤਰ ਅੰਦਰ ਹਨ, ਉਹਨਾਂ ਨੂੰ ਹੀਟ ਚਾਹੀਦੀ ਹੈ। ਆਦਮੀ ਦੇ ਅੰਗ ਬਾਹਰੀ ਹਨ, ਹੀਟ ਨਹੀਂ ਚਾਹੀਦੀ। ਟੈਸਟਿਸ ਬਾਹਰ ਵਾਲੇ ਪਾਸੇ ਲੱਗੇ ਹਨ ਕਿਉਂਕਿ ਇਹਨਾਂ ਵਿੱਚ ਸਪਰਮ ਪੈਦਾ ਹੋਣੇ ਨੇ ਔਰ ਇਹਨਾਂ ਨੂੰ ਬਹੁਤੀ ਹੀਟ ਨਹੀਂ ਚਾਹੀਦੀ। ਔਰਤ ਦੇ ਜਨਨ ਅੰਗ ਉਹਨਾਂ ਨੂੰ ਹੀਟ ਚਾਹੀਦੀ ਹੈ, ਜਿਸ ਕਰਕੇ ਇਹ ਸਾਰੇ ਪੇਟ ਦੇ ਅੰਦਰ ਹੁੰਦੇ ਨੇ। ਆਦਮੀ ਦਾ ਕੇਵਲ ਇੱਕ ਪ੍ਰੋਸਟੇਟ ਹੀ ਜਿਹੜਾ ਹੈ ਉਹ ਪੇਟ ਦੇ ਅੰਦਰ ਹੁੰਦਾ ਹੈਗਾ, ਜਿਹਦੇ ਵਿੱਚ 2 ਯੂਰੀਨਰੀ ਪਾਸੇਜ ਹੁੰਦਾ ਹੈ ਔਰ ਜਿਹੜਾ ਸੀਮਨ ਪਾਸੇਜ ਹੁੰਦਾ ਹੈ ਉਹ ਅੰਗ ਕੇਵਲ ਪੇਟ ਦੇ ਅੰਦਰ ਹੁੰਦਾ ਹੈ। ਸੋ ਫੈਲੋਪੀਅਨ ਟਿਊਬ ਤੱਕ ਆਪਾਂ ਪਹੁੰਚ ਗਏ ਤੇ ਫੈਲੋਪੀਅਨ ਟਿਊਬ ਦੀ ਜਿਹੜੀ ਲੰਬਾਈ ਹੈ 10 ਤੋਂ 12 ਸੈਂਟੀਮੀਟਰ ਨਾਰਮਲ ਹੁੰਦੀ ਹੈ। ਪਰ ਕਈਆਂ ਹਾਲਤਾਂ ਦੇ ਵਿੱਚ ਇਹ ਵੱਧ ਵੀ ਹੋ ਸਕਦੀ ਹੈ, ਕਈਆਂ ਹਾਲਤਾਂ ਦੇ ਵਿੱਚ ਇਹ ਘੱਟ ਵੀ ਹੋ ਸਕਦੀ ਹੈ। ਅਨੋਮਲੀਜ਼ ਦੇ ਤੌਰ ਤੇ, ਕਮੀਆਂ ਪੇਸ਼ੀਆਂ ਦੀ ਤੌਰ ਤੇ ਐਸਾ ਹੋ ਸਕਦਾ ਹੈ। ਜਿਹੜੀ ਫੈਲੋਪੀਅਨ ਟਿਊਬ ਨਾਰਮਲ ਨਾਲੋਂ ਵੱਧ ਹੋਏਗੀ ਉਹਦੇ ਵੀ ਨੁਕਸਾਨ ਨੇ। ਮੈਂ ਉਹਦੇ ਬਾਰੇ ਪਿਛਲੇ ਹਫ਼ਤੇ 'ਚ ਦੱਸ ਚੁੱਕਿਆ ਹਾਂ ਤੁਹਾਨੂੰ ਕਿ ਕਈ ਵਾਰ ਟਿਊਬਲ ਜੈਸਟੇਸ਼ਨ ਹੋ ਜਾਂਦੀ ਹੈ, ਪ੍ਰੈਗਨੈਂਸੀ ਟਿਊਬ ਦੇ ਵਿੱਚ ਹੀ ਹੋ ਜਾਂਦੀ ਹੈ ਕਿਉਂਕਿ ਸਪਰਮ ਦੇ ਫਰਟੀਲਾਈਜ਼ਡ ਕਰਨ ਤੋਂ ਬਾਅਦ ਓਵਮ ਫਿਰ ਟਰੈਵਲ ਕਰਦਾ ਹੈ ਯੂਟਰਸ ਵਾਲੇ ਪਾਸੇ ਔਰ ਯੂਟਰਸ ਵਾਲੇ ਪਾਸੇ ਨੂੰ ਟਰੈਵਲ ਕਰਦਿਆਂ ਉਹ ਵੱਧਦਾ ਜਾਂਦਾ ਹੈ। ਦਿਨ ਬ ਦਿਨ ਉਹਦੀ ਜਿਹੜੀ ਸਾਈਜ਼ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ ਔਰ ਵੱਧਦੇ ਸਾਈਜ਼ ਦੇ ਕਰਕੇ ਇਹਦਾ ਸਾਈਜ਼ ਅਗਰ 1 ਮਿਲੀਮੀਟਰ ਤੋਂ ਵੱਧ ਹੋ ਜਾਵੇ ਤੇ ਉਸ ਹਾਲਾਤ ਦੇ ਵਿੱਚ ਇਹਦਾ ਬੱਚੇਦਾਨੀ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਜਾਂਦਾ ਹੈ। ਲੰਬਾ ਸਫ਼ਰ ਹੋ ਗਿਆ ਜਿਸ ਕਰਕੇ ਇਹ ਉੱਥੇ ਹੀ ਆਪਣਾ ਪੈਰ ਜਮਾ ਲੈਂਦਾ ਹੈ ਤੇ ਟਿਊਬਲ ਜੈਸਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ, ਜਿਹਦੀ ਉਮਰ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ। ਆਮ ਤੌਰ ਤੇ 3 ਕੁ ਮਹੀਨੇ ਬਾਅਦ ਬਹੁਤ ਜ਼ਿਆਦਾ ਦਰਦਾਂ, ਬਹੁਤ ਜ਼ਿਆਦੀਆਂ ਤਕਲੀਫਾਂ ਤੇ ਡਾਕਟਰ ਜਦੋਂ ਡਾਇਗਨੋਸ ਕਰਦੇ ਨੇ ਉਸ ਵੇਲੇ ਦੇਖਦੇ ਨੇ ਸੌਰੀ ਕਿ ਇਹ ਟਿਊਬਲ ਜੈਸਟੇਸ਼ਨ ਹੈਗੀ ਹੈ ਤੇ ਉਸ ਹਾਲਾਤ ਵਿੱਚ ਇਸ ਨੂੰ ਸਰਜੀਕਲੀ ਰਿਮੂਵ ਕਰਨਾ ਪੈਂਦਾ ਹੈ। ਜਦੋਂ ਸਰਜੀਕਲੀ ਰਿਮੂਵਲ ਵਾਲੀਆਂ ਹਾਲਾਤਾਂ ਨਹੀਂ ਸੀ ਹੁੰਦੀਆਂ ਉਸ ਵੇਲੇ ਇਹ ਜਾਨਲੇਵਾ ਸਾਬਤ ਹੋਇਆ ਕਰਦਾ ਸੀਗਾ। ਸੋ ਖੈਰ, ਅਸੀਂ ਇੱਥੇ ਪਹੁੰਚ ਗਏ ਸੀ ਤੇ ਮੈਂ ਹੁਣ ਓਵਮ ਦੀ ਥੋੜ੍ਹੀ ਜਿਹੀ ਜਾਣਕਾਰੀ ਫਿਰ ਦੁਬਾਰਾ ਤੁਹਾਡੇ ਨਾਲ ਰਿਪੀਟ ਕਰ ਦਿਆਂ ਕਿ ਬੱਚੇਦਾਨੀ ਦੇ ਨਾਲ ਦੋਨਾਂ ਸਾਈਡਾਂ ਤੇ 2 ਓਵਰੀਜ਼ ਲੱਗੀਆਂ ਹੁੰਦੀਆਂ। ਜਿਵੇਂ ਟੈਸਟਿਸ ਤਾਂ ਇੱਕ ਹੁੰਦਾ ਤੇ ਉਹਦੇ ਵਿੱਚ 2 ਗੋਲਾਈਆਂ ਹੁੰਦੀਆਂ ਨੇ, ਠੀਕ ਇਸੇ ਤਰ੍ਹਾਂ ਹੀ ਪਰ ਇਹ ਵੰਡ ਕੇ ਹੁੰਦੀਆਂ ਨੇ। ਔਰਤ ਦੇ ਵਿੱਚ ਬੱਚੇਦਾਨੀ ਦੇ ਦੋਵੇਂ ਪਾਸੇ ਹੀ ਇੱਕ ਓਵਰੀ ਹੁੰਦੀ ਹੈ। ਮੈਂਸਟਰੁਅਲ ਸਾਈਕਲ ਦੀ ਹਿਸਟਰੀ ਜਦੋਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਮੈਂ ਉਹਨੂੰ ਥੋੜ੍ਹੇ ਲਫ਼ਜ਼ਾਂ 'ਚ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿਉਂਕਿ ਮੈਂਸਟਰੁਅਲ ਸਾਈਕਲ ਦੀ ਜਿਹੜੀ ਹਿਸਟਰੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਨਾਲ ਚੱਲਣੀ ਹੈ। ਸਾਡੇ ਸਾਈਕਲ ਦਾ ਮਤਲਬ ਹੀ ਹੁੰਦਾ ਹੈ ਕਿ ਚੱਕਰ, ਔਰ ਸਾਈਕਲ ਦੇ ਚੱਕਰ ਦੇ ਵਿੱਚ ਜਦੋਂ ਕੋਈ ਵੀ ਚੀਜ਼ ਚੱਲਦੀ ਉਹਨੂੰ ਕਿਸੇ ਇੱਕ ਥਾਂ ਤੋਂ ਪਕੜਨਾ ਪੈਂਦਾ ਤੇ ਉਹ ਤੋਂ ਅੱਗੇ ਡਿਟੇਲ ਸਾਨੂੰ ਦੱਸਣੀ ਪੈਂਦੀ ਹੈ। ਔਰ ਇਹ ਮੈਂ ਕਿਹਾ ਸੀਗਾ ਕਿ ਮੰਨ ਲਓ ਜਾਓ ਕਿ ਅੱਜ ਇੱਕ ਔਰਤ ਨੂੰ ਮੈਂਸਸ ਆਏ ਹੈ, ਅੱਜ ਇੱਕ ਔਰਤ ਨੂੰ ਮੈਂਸਸ ਆਏ ਹੈ ਤੇ ਜਿਹੜਾ 1 ਤੋਂ 5 ਦਿਨ ਤੱਕ ਦਾ ਸਮਾਂ ਹੈਗਾ ਉਸ ਨੂੰ ਅਸੀਂ ਸਿਕ੍ਰੀਟਰੀ ਪੀਰੀਅਡ ਕਹਿੰਦੇ ਹਾਂ ਕਿ ਇਹਦੇ ਵਿੱਚ ਖੂਨ ਦਾ ਬਹਾਅ ਆਉਂਦਾ ਹੈ, ਸਿਕ੍ਰੀਟਰੀ ਨੂੰ ਅਸੀਂ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਜਦੋਂ ਹੀ
ਮੈਂਸਟਰੂਏਸ਼ਨ ਕੰਪਲੀਟ ਹੁੰਦੇ ਹੈ, ਈਸਟ੍ਰੋਜਨ ਹਾਰਮੋਨ ਦਾ ਲੈਵਲ ਬਾਡੀ ਦੇ ਵਿੱਚ ਇੱਕਦਮ ਡਾਊਨ ਹੈ। ਜਦੋਂ ਹੀ ਈਸਟ੍ਰੋਜਨ ਲੈਵਲ ਦਾ ਹਾਰਮੋਨ ਡਾਊਨ ਆਉਂਦਾ ਹੈ, ਇੱਕ ਬ੍ਰੇਨ ਦੇ ਵਿੱਚੋਂ ਹੋਰ ਪਿਚੁਟਰੀ ਦੇ ਵਿੱਚੋਂ ਇੱਕ ਹੋਰ ਬ੍ਰੇਨ ਹਾਰਮੋਨ ਰਿਲੀਜ਼ ਹੁੰਦਾ ਹੈ ਜਿਹਦਾ ਨਾਂ LH ਹਾਰਮੋਨ, ਲੂਟੀਨਾਈਜ਼ਿੰਗ ਹਾਰਮੋਨ ਹੈ। ਔਰ ਉਸ ਲੂਟੀਨਾਈਜ਼ਿੰਗ ਹਾਰਮੋਨ ਦਾ ਕੰਮ ਇਹ ਹੈ ਰਿਪੇਅਰ ਕਰਨਾ। ਜਿੰਨੀ ਵੀ ਡਿਸਟਰੈਕਸ਼ਨ ਮਾਸਿਕ ਧਰਮ ਦੇ ਵਿੱਚ ਬੱਚੇਦਾਨੀ ਦੇ ਅੰਦਰਲੇ ਲੇਅਰ ਦੇ ਵਿੱਚ ਹੋ ਗਈ ਹੈ, ਉਹ ਲੇਅਰ ਸਾਰਾ ਸ਼ੈਡ ਆਫ ਹੋ ਗਿਆ, ਬਾਹਰ ਨਿਕਲ ਗਿਆ ਹੈਗਾ, ਉਹਦੀ ਰਿਪੇਅਰ ਹੁੰਦੀ ਹੈ। ਇਸੇ ਓਵਰੀ ਦੇ ਵਿੱਚ ਜਿੱਥੋਂ ਓਵਮ ਨਿਕਲਿਆ ਸੀ, ਬਾਅਦ ਦਾ ਜਿਹੜਾ ਹਿੱਸਾ ਉਹਨੂੰ ਕਹਿੰਦੇ ਕਾਰਪਸ ਲੂਟੀਅਮ, ਔਰ ਉਸ ਕਾਰਪਸ ਲੂਟੀਅਮ ਦਾ ਵਿੱਚ ਜਿਹੜੀ ਰੈਪਚਰ ਹੋਈ ਸੀ, ਜਿਹੜਾ ਉਸ ਨੂੰ ਰਿਪੇਅਰ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਫਿਰ ਦੁਬਾਰਾ ਇੱਕ ਨਵੀਂ ਪਨੀਰੀ ਫੁੱਟਣੀ ਸ਼ੁਰੂ ਹੋ ਜਾਂਦੀ ਹੈ। ਊਸਾਈਟਸ ਅਸੀਂ ਉਸ ਨੂੰ ਕਹਿੰਦੇ ਹਾਂ, ਔਰ ਉਹ ਊਸਾਈਟਸ ਜਿਹੜੇ ਨੇ ਫਿਰ ਬੱਚੇ ਦਾ ਓਵਰੀ ਦੇ ਵਿੱਚ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਸਾਰੀ ਕਿਰਿਆ ਜਿਹੜੀ ਹੈ LH ਹਾਰਮੋਨ ਦੇ ਅਧੀਨ ਹੁੰਦੀ ਹੈ। LH ਹਾਰਮੋਨ ਤੋਂ ਬਾਅਦ ਇੱਕ ਦੂਸਰਾ ਹਾਰਮੋਨ ਸ਼ੁਰੂ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ। ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਜਿਹੜਾ ਹੈ ਉਸ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਰਿਪੇਅਰ ਹੋ ਚੁੱਕੀਆਂ ਨੇ, ਇਹਨਾਂ ਵਿੱਚ ਫਿਰ ਨਵੀਂ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਊਸਾਈਟਸ ਓਵਮ ਬਣਨ ਵੱਲ ਡਿਵੈਲਪ ਹੁੰਦੇ ਆ, ਔਰ ਇਸੇ ਤਰ੍ਹਾਂ ਹੀ ਬੱਚੇਦਾਨੀ ਦੇ ਵਿੱਚ ਜਿਹੜਾ ਅੰਦਰ ਵਾਲਾ ਲੇਅਰ ਸੀ, ਜਿਹੜਾ ਸ਼ੈਡ ਆਫ ਹੋ ਗਿਆ ਸੀ, ਉਹ ਦੁਬਾਰਾ ਬਣ ਕੇ ਉਹਦੇ ਵਿੱਚ ਖੂਨ ਦੀਆਂ ਨਾਲੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਹੋਰ ਖੂਨ ਭਰਨ ਦੇ ਨਾਲ ਮੋਟਾ ਗਦੈਲੇ ਵਾਂਗ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕਿਆ ਹਾਂ। ਤੋ ਅਲਟੀਮੇਟ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਦੇ ਅਸਰ ਅਧੀਨ ਪੂਰੇ ਹੋ ਜਾਂਦੇ ਹਨ। ਓਵਮ ਆਮ ਤੌਰ ਤੇ ਨੈਕਸਟ ਮੈਂਸਟਰੂਏਸ਼ਨ ਤੋਂ 14 ਦਿਨ ਪਹਿਲਾਂ, ਉਸ ਨੂੰ ਅਸੀਂ ਓਵੂਲੇਸ਼ਨ ਕਹਿੰਦੇ ਹਾਂ। ਨੈਕਸਟ ਮੈਂਸਟਰੂਏਸ਼ਨ ਤੋਂ 14 ਦਿਨ ਪਹਿਲਾਂ ਓਵਰੀ ਦੇ ਵਿੱਚੋਂ ਓਵਮ ਬਾਹਰ ਆਉਂਦਾ ਹੈ, ਔਰ ਉਹ ਟਰੈਵਲ ਕਰਕੇ ਫੈਲੋਪੀਅਨ ਟਿਊਬ ਦੇ ਵਿੱਚ ਦਾਖਲ ਹੁੰਦਾ ਹੈ। ਫੈਲੋਪੀਅਨ ਟਿਊਬ ਦੇ ਵਿੱਚ ਦਾਖਲ ਹੋ ਕੇ ਇੱਥੇ ਫਿਰ ਉਹ ਅਗਰ ਤੇ ਸਪਰਮ ਆਇਆ ਹੈ, ਮੰਨ ਲਾ ਜੇ ਅਨਮੈਰਿਡ ਲੜਕੀ ਹੈ, ਸਪਰਮ ਨਹੀਂ ਹੈ ਜਾਂ ਇਸ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਤੇ ਨਹੀਂ ਹੈ, ਉਸ ਹਾਲਾਤ ਦੇ ਵਿੱਚ ਇਸ ਨੇ ਇਸੇ ਤਰ੍ਹਾਂ ਹੀ ਟਰੈਵਲ ਕਰਕੇ ਤੇ ਮਾਸਿਕ ਧਰਮ ਦੇ ਨਾਲ ਹੀ ਸ਼ੈਡ ਆਫ ਹੋ ਜਾਣਾ ਹੈ, ਬਾਹਰ ਨਿਕਲ ਜਾਣਾ ਹੈ। ਪਰ ਜੇ ਸਪਰਮ ਉੱਥੇ ਆਇਆ ਹੈ ਨਾਰਮਲ ਹਾਲਾਤਾਂ ਵਿੱਚ ਜੀਵਨ ਪੈਦਾ ਕਰਨ ਵਾਸਤੇ, ਤੇ ਫਿਰ ਇਹ ਓਵਮ ਨੂੰ ਉੱਥੇ ਮਿਲਾਪ ਕਰਨਾ ਹੈ ਫੈਲੋਪੀਅਨ ਟਿਊਬ ਦੇ ਆਖਰੀ ਐਂਡ, ਜਿਹਨੂੰ ਅਸੀਂ ਫੈਲੋਪੀਅਨ ਟਿਊਬ ਦਾ ਫਿੰਬਰੀਏਟਡ ਐਂਡ ਕਹਿੰਦੇ ਆ, ਉਹਦੇ ਰਾਹੀਂ ਦਾਖਲ ਹੋ ਕੇ ਐਂਪੂਲਾ ਦੂਸਰਾ ਹਿੱਸਾ ਹੁੰਦਾ ਹੈ ਫੈਲੋਪੀਅਨ ਟਿਊਬ ਦਾ, ਜਿਹਦੇ ਵਿੱਚ ਇਹਦਾ ਮਿਲਾਪ ਹੁੰਦਾ ਹੈ ਦੋਹਾਂ ਦਾ, ਔਰ ਉਸ ਤੋਂ ਬਾਅਦ ਇੱਕ ਪ੍ਰੈਗਨੈਂਸੀ ਸਟਾਰਟ ਹੋ ਜਾਂਦੀ ਹੈ, ਔਰ ਇਹ ਇੱਥੋਂ ਟਰੈਵਲ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਵੀ ਗੱਲ ਮੈਂ ਸਾਂਝੀ ਕਰ ਚੁੱਕਿਆ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਸ਼ਾਰਟ ਲਫ਼ਜ਼ਾਂ ਦੇ ਵਿੱਚ ਮੈਂ ਇਹ ਸਾਰੀ ਗੱਲ ਨੂੰ ਦੁਹਰਾ ਰਿਹਾ ਹਾਂ। ਤਕਰੀਬਨ 1996 ਤੋਂ ਔਨਵਰਡ ਤੁਸੀਂ ਕਹਿ 47 ਸਾਲ ਦਾ ਮੈਡੀਕਲ ਸਾਇੰਸ ਦਾ ਇਸੇ ਗੱਲ ਨਾਲ ਹੈ ਕਿ ਪਹਿਲਾਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਇਆ, ਉਸ ਤੋਂ ਬਾਅਦ ਆਮ ਪਬਲਿਕ ਕਰ ਰਿਹਾ ਹਾਂ ਕਿ ਤੁਸੀਂ ਇਸ ਸਰੀਰ ਬਾਰੇ ਸਮੁੱਚੀ ਜਾਣਕਾਰੀ ਰੱਖਦੇ ਹੋ ਤਾਂ ਕਿ ਬਿਮਾਰੀਆਂ ਪੈਦਾ ਹੋਣ ਤੋਂ ਪਹਿਲਾਂ ਵੀ ਤੁਸੀਂ ਇਸ ਬਾਰੇ ਜਾਣਕਾਰੀ ਕਰ ਸਕੋ ਕਿ ਕੋਈ ਬਿਮਾਰੀ ਆਉਣ ਦੇ ਉਸ ਨੂੰ ਅਗਾਊਂ ਕਿਵੇਂ ਕੀਤਾ ਜਾ ਸਕਦਾ, ਕੀ ਪਰਹੇਜ਼ ਪ੍ਰੀਕਾਸ਼ਨ ਸਕਦੇ ਨੇ। ਔਰ ਉਸ ਸਿਲਸਿਲੇ ਬੇਸ ਤੋਂ ਲੈ ਕੇ ਅੱਗੇ ਸ਼ੁਰੂ ਕਰਨ ਵਾਸਤੇ ਮੈਂ ਇਹ ਪ੍ਰੋਗਰਾਮ ਬਾਜ ਟੀਵੀ ਦੇ ਉੱਪਰ ਤੁਹਾਡੇ ਲਈ ਸਾਂਝੇ ਕਰ ਰਿਹਾ ਹਾਂ, ਤਾਂ ਕਿ ਤੋਂ ਪਹਿਲਾਂ ਇਸ ਜੀਵਨ ਦੀ ਉਤਪਤੀ ਬਾਰੇ ਜਾਣ ਸਕੋ। ਸੋ ਆਓ ਉਸ ਤੋਂ ਅੱਗੇ ਚੱਲਦੇ ਹਾਂ। ਅਸੀਂ ਫਰਟੀਲਾਈਜ਼ਡ ਓਵਮ ਨੂੰ ਬੱਚੇਦਾਨੀ ਦੇ ਵਿੱਚ ਸਥਾਪਿਤ ਕਰ ਦਿੱਤਾ। ਨਾਰਮਲ ਹਾਲਾਂ ਦੀ ਗੱਲ ਕਰ ਰਹੇ ਹਾਂ, ਬਹੁਤ ਸਾਰੀਆਂ ਨੇ ਰੁਕਾਵਟਾਂ ਦੀ ਗੱਲ ਮੈਂ ਇੱਕ ਤੁਹਾਡੇ ਨਾਲ ਕਰ ਵੀ ਦਿੱਤੀ ਕਿ ਟਿਊਬ ਦੇ ਵਿੱਚ ਪ੍ਰੈਗਨੈਂਸੀ ਹੋ ਸਕਦੀ ਹੈ, ਪਰ ਤੇ ਅਗਰ ਐਸਾ ਹੋਇਆ ਤਾਂ ਓਵਮ ਜਿਹੜਾ ਹੈ ਉਹ ਪਹੁੰਚ ਗਿਆ ਬੱਚੇਦਾਨੀ ਦੇ ਵਿੱਚ, ਔਰ ਬੱਚੇਦਾਨੀ 'ਚ ਪਹੁੰਚਣ ਤੋਂ ਬਾਅਦ ਇਹ ਆਪਾਂ ਯਾਦ ਕਰੋ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਕਿਹਾ ਸੀ ਕਿ ਇਹਦੇ ਉੱਪਰ ਇੱਕ ਫਿੰਗਰ ਲਾਈਕ ਪ੍ਰੋਜੈਕਸ਼ਨਸ ਨਿਕਲਣੇ ਸ਼ੁਰੂ ਹੁੰਦੇ, ਚੁੰਝਾਂ ਜਿਸ ਤਰ੍ਹਾਂ ਮੈਂ ਹੱਥ ਕੀਤਾ ਹੋਇਆ ਇਸ ਤਰ੍ਹਾਂ ਇਹ ਗੁਲਾਈ ਦੇ ਵਿੱਚ ਹੈ, ਤੇ ਗੁਲਾਈ ਦੇ ਵਿੱਚ ਇਸ ਤਰ੍ਹਾਂ ਦੀਆਂ ਚੁੰਝਾਂ ਇਹਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਕੋਰਿਓਨਿਕ ਵਿਲਾਈਜ਼ ਕਹਿੰਦੇ ਨੇ। ਕੋਰਿਓਨਿਕ ਵਿਲਾਈਜ਼ ਇਸ ਤਰ੍ਹਾਂ ਭਰ ਜਾਂਦੀਆਂ ਨੇ ਅੰਦਰ ਦੇ ਪ੍ਰੈਸ਼ਰ ਦੇ ਨਾਲ, ਅੰਦਰ ਦੇ ਜਿਹੜਾ ਫਰਟੀਲਾਈਜ਼ਡ ਓਵਮ ਦੀ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਕਰਕੇ ਅੰਦਰ ਦਾ ਘੇਰਾ ਹੋਰ ਤੰਗ ਹੁੰਦਾ ਜਾਂਦਾ, ਟਾਈਟ ਹੁੰਦਾ ਜਾਂਦਾ, ਤੇ ਇਹ ਜਿਹੜੀਆਂ ਕੋਰੀਓਨਿਕ ਵਿਲਾਈਜ਼ ਨੇ ਇਹਦੇ ਉੱਪਰ ਡਿਵੈਲਪ ਹੋ ਜਾਂਦੀਆਂ ਨੇ। ਔਰ ਕੋਰੀਓਨਿਕ ਵਿਲਾਈਜ਼
ਇੰਨੀਆਂ ਤਿੱਖੀਆਂ ਚੁੰਝਾਂ ਹੁੰਦੀਆਂ ਨੇ ਕਿ ਬੱਚੇਦਾਨੀ ਦਾ ਜਿਹੜਾ ਅੰਦਰ ਵਾਲਾ ਲੇਅਰ ਹੈ ਇੰਡੋਮੈਟਰੀਅਲ, ਉਹਦੇ ਵਿੱਚ ਇਹ ਫਸ ਜਾਂਦੀਆਂ ਨੇ, ਆਪਣੇ ਆਪ ਨੂੰ ਐਂਕਰ ਕਰ ਲੈਂਦੀਆਂ ਨੇ, ਆਪਣੇ ਆਪ ਨੂੰ ਰੈਸਟ ਕਰ ਲੈਂਦੀਆਂ ਨੇ। ਔਰ ਉਹ ਜਿਹੜੀਆਂ ਆਪਣੇ ਆਪ ਨੂੰ ਉਹਦੇ ਵਿੱਚ ਐਡਜਸਟ ਕਰ ਲੈਂਦੀਆਂ ਨੇ, ਅਲਟੀਮੇਟ ਉਹ ਪਲਸੈਂਟਾ ਦਾ ਆਲ ਜਿਹਨੂੰ ਤੁਸੀਂ ਕਹਿੰਦੇ ਹੋ, ਠੀਕ ਹੈ, ਅੰਬਲਾਈਕਲ ਕਾਰਡ ਜਿਹਦੇ ਤੋਂ ਬਣਦੀ ਹੈ, ਇਸ ਇਹਦੇ ਤੋਂ ਬਣਨਾ ਹੋ ਜਾਂਦਾ ਹੈਗਾ। ਮਾਂ ਦਾ ਉਹ ਇਸ ਬੱਚੇ ਨੂੰ ਮਿਲਣਾ ਸ਼ੁਰੂ ਹੋ ਜੀ, ਅੱਗੇ ਡਿਵੈਲਪ ਹੋ ਜਾਂਦੀ ਹੈ, ਇਸ ਨੂੰ ਸ਼ੁਰੂ ਹੋ ਜਾਂਦੀ ਹੈ। ਸੋ ਅਸਾਂ ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਇਹ ਵੀ ਡਿਸਕਸ ਕਰ ਲਿਆ ਸੀ ਕਿ ਪਲਸੈਂਟਾ ਤੇ ਔਲ ਕਿਵੇਂ ਬਣਦੇ ਆ। ਪਲਸੈਂਟਾ ਤੇ ਔਲ ਦਾ ਬਣਨਾ ਕੋਰੀਓਨਿਕ ਵਿਲਾਈਜ਼ ਦੇ ਉੱਪਰ ਹੈਗਾ ਆ। ਜਿਸ ਪਾਸੇ ਦੀਆਂ ਕੋਰੀਓਨਿਕ ਵਿਲਾਈਜ਼ ਜਿਹੜੀਆਂ ਨੇ ਉਹ ਇਸ ਲੇਅਰ ਦੇ ਵਿੱਚ ਧਸਦੀਆਂ ਨੇ, ਉਹ ਤੇ ਪਲਸੈਂਟਾ ਤੇ ਔਲ ਦੀ ਫਾਰਮੇਸ਼ਨ ਕਰਦੀਆਂ ਨੇ। ਔਰ ਜਿਹੜੀਆਂ ਦੂਸਰੇ ਪਾਸੇ ਦੀਆਂ ਹੁੰਦੀਆਂ ਨੇ ਉਹ ਖੁਰਾਕ ਦੀ ਕਮੀ ਕਰਕੇ, ਦੂਰ ਦਰਾਡੇ ਹੋਣ ਕਰਕੇ ਸੁੱਕ ਜਾਂਦੀਆਂ ਨੇ, ਔਰ ਉਹ ਲੇਅਰ ਬਣ ਕੇ ਉਹਦੇ ਉੱਪਰ ਉਸ ਤਰ੍ਹਾਂ ਜੰਮ ਜਾਂਦੀਆਂ ਨੇ। ਅਗਲੀਆਂ ਦੂਸਰੀਆਂ ਜਿਹੜੀਆਂ ਨੇ ਉਹ ਅੱਗੇ ਬੱਚੇ ਦੀ ਡਿਵੈਲਪਮੈਂਟ ਵਿੱਚ ਹਿੱਸਾ ਪਾਉਂਦੀਆਂ ਨੇ। ਸੋ ਅਸਾਂ ਅੱਗੇ ਚੱਲ ਰਹੇ ਹਾਂ ਕਿ ਬੱਚੇ ਦਾ ਨਾਰਮਲ ਬੱਚੇਦਾਨੀ ਦੇ ਵਿੱਚ ਰਹਿਣ ਦਾ ਜੀਵਨ 280 ਦਿਨ ਦਾ ਹੁੰਦਾ ਹੈ, 280 ਡੇਜ਼, 10 ਲੂਨਰ ਮੰਥਸ। ਆਮ ਤੌਰ ਤੇ 9 ਮਹੀਨੇ 10 ਦਿਨ ਅਸੀਂ ਕਾਊਂਟ ਕਰਦੇ ਹਾਂ, 280 ਦਿਨ, ਕਿਉਂਕਿ ਨਾਰਮਲ ਤੌਰ ਤੇ ਜਿਹੜਾ ਸਾਈਕਲ ਹੈ ਉਹ 28 ਦਿਨ ਦਾ ਹੈ, ਪਰ ਕਿਸੇ ਨੂੰ ਮੈਂਸਸ ਜਿਹੜੇ ਨੇ ਉਹ ਘੱਟ ਦਿਨਾਂ ਦੇ ਵੀ ਆਉਂਦੇ ਨੇ, ਕਿਸੇ ਨੂੰ ਮੈਂਸਸ ਜਿਹੜੇ ਨੇ ਵੱਧ ਦਿਨਾਂ ਦੇ ਆਉਂਦੇ ਨੇ। ਔਰ ਇਹ ਜਿਹੜੀ ਕਾਊਂਟਿੰਗ ਹੁੰਦੀ ਹੈ ਫਸਟ ਡੇ ਆਫ ਲਾਸਟ ਮੈਂਸਟਰੂਏਸ਼ਨ ਤੋਂ ਹੁੰਦੀ ਹੈ। ਆਖਰੀ ਮੈਂਸਸ ਪ੍ਰੈਗਨੈਂਸੀ ਹੋ ਗਈ ਹੈ ਤੇ ਜਦੋਂ ਵੀ ਡਾਕਟਰਾਂ ਕੋਲ ਜਾਂਦੇ ਆ ਤੇ ਡਾਕਟਰ ਐਂਟੀਨੇਟਲ ਕੇਅਰ ਦੇ ਵਿੱਚ ਜਦੋਂ ਵੀ ਐਗਜ਼ਾਮੀਨੇਸ਼ਨ ਕਰਦੇ ਨੇ ਤੇ ਹਿਸਟਰੀ ਲਿਖਦੇ ਨੇ, ਤੇ ਉਸ ਹਿਸਟਰੀ ਦੇ ਵਿੱਚ ਲਿਖਿਆ ਜਾਂਦਾ ਆ ਕਿ ਲਾਸਟ ਮੈਂਸਟਰੂਏਸ਼ਨ ਤੁਹਾਨੂੰ ਕਦੋਂ ਆਏ ਸੀ ਤੇ ਉਹਦਾ ਪਹਿਲਾ ਦਿਨ ਕਿਹੜੀ ਤਰੀਕ ਸੀ। ਉਸ ਤਰੀਕ ਤੋਂ ਲੈ ਕੇ ਹੀ ਇਹ ਜਨਮ ਦੀ ਵਿਵਸਥਾ 280 ਦਿਨਾਂ ਦੀ ਕਾਊਂਟ ਕੀਤੀ ਜਾਂਦੀ ਹੈ। ਔਰ 280 ਦਿਨਾਂ ਬਾਅਦ ਇਹ ਬੱਚਾ ਫਰਟੀਲਾਈਜ਼ ਪੂਰੀ ਤਰ੍ਹਾਂ ਡਿਵੈਲਪ ਹੋ ਕੇ ਔਰ ਬੱਚੇਦਾਨੀ ਤੋਂ ਬਾਹਰ ਆਉਂਦਾ ਹੈਗਾ। ਇਸ ਸਮੇਂ ਦੌਰਾਨ ਕੁਛ ਇੱਕ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਜਿਹੜੀਆਂ ਕਰਨ ਵਾਲੀਆਂ ਬਾਕੀ ਹਨ। ਇੱਕ ਤਾਂ ਇਹ ਹੈ ਕਿ ਜਿਹੜਾ ਲੇਅਰ ਇੰਡੋਮੈਟਰੀਅਮ ਅੰਦਰ ਵਾਲਾ ਲੇਅਰ ਜਿਹੜਾ ਅਸੀਂ ਗਿਣਿਆ ਹੈ, ਜਿਹਦੇ ਵਿੱਚ ਬੱਚਾ ਆਮ ਤੌਰ ਤੇ ਆਪਣੇ ਆਪ ਨੂੰ ਐਡਜਸਟ ਕਰਦਾ ਹੈ, ਜਿਹੜਾ ਕਿ ਆਮ ਤੌਰ ਤੇ ਮਾਸਿਕ ਧਰਮ ਦੇ ਵਿੱਚ ਸ਼ੈਡ ਆਫ ਹੋ ਜਾਂਦਾ ਹੈ, ਪਰ ਹੁਣ ਸ਼ੈਡ ਆਫ ਨਹੀਂ ਹੋਇਆ। ਹੁਣ ਸ਼ੈਡ ਆਫ ਨਹੀਂ ਹੋਇਆ, ਹੁਣ ਉਹਦੇ ਵਿੱਚੋਂ ਖੁਰਾਕ ਬਣ ਕੇ ਤੇ ਬੱਚੇ ਨੂੰ ਜਾ ਰਹੀ ਹੈ, ਮਾਂ ਦਾ ਖੂਨ ਬੱਚੇ ਵਾਲੇ ਪਾਸੇ ਜਾ ਰਿਹਾ ਹੈਗਾ। ਸੋ ਉਸ ਹਾਲਾਤ ਦੇ ਵਿੱਚ ਇਹਦੇ ਦੋ ਨਾਂ ਹੋ ਜਾਂਦੇ ਆ। ਇੱਕ ਨੂੰ ਕਹਿੰਦੇ ਨੇ ਡੈਸੀਡੂਆ ਬੇਸਾਲਿਸ, ਇਹਦਾ ਨਾਂ ਜਿਹੜਾ ਅੰਦਰ ਵਾਲਾ ਇੰਡੋਮੈਟਰੀਅਲ ਲੇਅਰ ਹੈ, ਇਹਦੇ ਦੋ ਨਾਂ ਹੋ ਗਏ। ਇੱਕ ਡੈਸੀਡੂਆ ਬੇਸਾਲਿਸ, ਉਹ ਬੇਸ ਜਿੱਥੇ ਕਿ ਬੱਚਾ ਐਂਕਰ ਹੋਇਆ, ਜਿੱਥੇ ਕਿ ਬੱਚਾ ਹੋਇਆ ਹੈਗਾ ਜਿਸ ਰਾਹੀਂ ਮਾਂ ਦੇ ਨਾਲ। ਔਰ ਦੂਸਰੇ ਪਾਸੇ ਦਾ ਜਿਹੜਾ ਵੱਡਾ ਘੇਰਾ ਆ ਉਸ ਨੂੰ ਕਹਿੰਦੇ ਨੇ ਡੈਸੀਡੂਆ ਵੇਰਾ। ਸੋ ਖੈਰ ਇਹਨਾਂ ਗੱਲਾਂ ਦੇ ਨਾਲ ਬਹੁਤਾ ਆਮ ਪਬਲਿਕ ਦਾ ਸੰਬੰਧ ਨਹੀਂ ਹੈ, ਪਰ ਫਿਰ ਵੀ ਮੈਡੀਕਲ ਕਾਲਜ ਵਿੱਚ ਕਿਉਂਕਿ ਅਸੀਂ ਪੜ੍ਹਾਉਣੇ ਇੱਕ ਬਰੀਕੀ ਪੜ੍ਹਾਉਣੇ ਆ ਤੇ ਤੁਹਾਨੂੰ ਮੈਂ ਦੱਸ ਰਿਹਾ ਹਾਂ। ਅਲਟੀਮੇਟਲੀ ਇਸ ਬੱਚੇ ਦਾ ਐਡਜਸਟਮੈਂਟ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਕੁਛ ਇੱਕ ਗੱਲਾਂ ਦੱਸ ਦਿਆਂ। ਨਾਰਮਲ ਤੌਰ ਤੇ ਇਹਦੀ ਜੋ ਪੋਜੀਸ਼ਨ ਹੁੰਦੀ ਹੈ ਉਹ ਬੱਚੇਦਾਨੀ ਦਾ ਬੈਕ ਸਾਈਡ ਉੱਪਰ ਵਾਲਾ ਹਿੱਸਾ ਹੁੰਦਾ ਹੈ, ਜਾਂ ਬਹੁਤਾ ਕਰਕੇ ਇੱਕ ਫੈਲੋਪੀਅਨ ਟਿਊਬ ਦੇ ਵਿੱਚੋਂ ਇੱਕ ਟਾਈਮ, ਕਿਉਂਕਿ ਉਹ ਦੀਵਾਰ ਦੇ ਨਾਲ ਚਿਪਕਦਾ ਹੈਗਾ, ਜਿਸ ਪਾਸਿਓਂ ਵੀ ਓਵਮ ਨਿਕਲਿਆ ਹੈ, ਸੱਜੇ ਨਿਕਲਿਆ ਤੇ ਖੱਬੇ ਪਾਸੇ ਦੀ ਦੀਵਾਰ ਨਾਲ, ਖੱਬਿਓਂ ਨਿਕਲਿਆ ਤੇ ਸੱਜੇ ਪਾਸੇ ਦੀ ਦੀਵਾਰ ਨਾਲ ਇਹ ਆਪਣੇ ਆਪ ਨੂੰ ਐਂਕਰ ਕਰਦਾ ਹੈ। ਪਰ ਕੁਝ ਹਾਲਾਤਾਂ ਵਿੱਚ ਬੱਚੇਦਾਨੀ ਦੀ ਜੀ ਇੱਕ ਨਾਰਮਲ ਮੂਵਮੈਂਟ ਹੈ, ਔਰ ਬੱਚੇਦਾਨੀ ਦੀ ਉਸ ਨਾਰਮਲ ਮੂਵਮੈਂਟ ਦੇ ਵਿੱਚ ਕਈ ਵੇਰਾਂ ਉਹ ਯੂਟਰਾਈਨ ਸਫਲ, ਜਿਹਨੂੰ ਅਸੀਂ ਕਹਿੰਦੇ ਹਾਂ ਯੂਟਰਾਈਨ ਸਫਲ, ਬਹੁਤ ਜ਼ਿਆਦਾ ਤੇਜ਼ ਹੋਣ ਦੇ ਕਰਕੇ ਖਾਦ ਖੁਰਾਕ ਦਾ ਵੀ ਫਰਕ ਪੈਂਦਾ ਹੈਗਾ, ਹਾਰਮੋਨਸ ਦਾ ਵੀ ਫਰਕ ਪੈਂਦਾ ਹੈਗਾ, ਜਿਹਦੇ ਕਰਕੇ ਇਹ ਬੱਚਾ ਹੇਠਾਂ ਵਾਲੇ ਪਾਸੇ ਢਿਲਕ ਜਾਂਦਾ ਤੇ ਆਪਣੇ ਆਪ ਨੂੰ ਬੱਚੇਦਾਨੀ ਦੇ ਹੇਠਾਂ ਵਾਲੇ ਹਿੱਸੇ ਦੇ ਵਿੱਚ ਐਂਕਰ ਕਰ ਲੈਂਦਾ। ਹਾਲਾਤ ਨੂੰ ਅਸੀਂ ਕਿਹਾ ਸੀ ਪਲਸੈਂਟਾ ਪ੍ਰੀਵੀਆ, ਠੀਕ ਆ। ਅਗਰ ਇਹ ਬੱਚੇਦਾਨੀ ਦਾ ਹੇਠਾਂ ਵਾਲਾ ਮੂੰਹ, ਜਿਹਦੇ ਵਿੱਚੋਂ ਬੱਚੇ ਨੇ ਬਾਅਦ ਵਿੱਚ ਡਿਵੈਲਪ ਹੋ ਕੇ ਨਿਕਲਣਾ ਹੈ,
अगर वो उस जगह ते जाके एडजस्ट होंदा है तो उसनूं प्लेसेंटा प्रीविया कहने असीं, पर यह कई बार कंप्लीट प्लेसेंटा प्रीविया हुंदा है, कई जिहड़ा कि पूरी तरह मूँह नूं ढक लैंदा है, और कई बार पार्शियल प्लेसेंटा प्रीविया हुंदा है। इहदियां अलग अलग पोजीशनां हन कि वो किस थां ते बच्चे ने अपने आप नूं एंकर कीता है, सज्जे या खब्बे। और ये आम तौर ते प्रेगनेंसी दौरान हर औरत महसूस करना शुरू कर देंदी है, क्योंकि ਜਿਹੜੇ ਨਾਰਮਲ ਹਾਲਾਤ ਨੇ ਨਾ ਉਹਨਾਂ ਵਿੱਚ ਆਮ ਤੌਰ ਤੇ ਇੱਕ ਫਿਜ਼ੀਓਲੋਜੀਕਲ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਹੁਤੀ ਤਕਲੀਫ ਵਾਲੀ ਨਹੀਂ ਹੁੰਦੀ। ਔਰਤ ਹਾਲਾਤ ਬਦਲਦੇ ਨੂੰ ਆਪਣੇ ਆਪ ਐਡਜਸਟ ਕਰਦੀ ਜਾਂਦੀ ਹੈ, ਪਰ ਜਦੋਂ ਕੋਈ ਵੀ ਚੀਜ਼ਾਂ ਨਾਰਮਲ ਕੁਦਰਤੀ ਵੇਗ ਤੋਂ ਬਾਹਰ ਹੁੰਦੀਆਂ ਨੇ ਤੇ ਉਸ ਵੇਲੇ ਉਹਨੂੰ ਐਡਜਸਟ ਕਰਨਾ ਔਰਤ ਵਾਸਤੇ ਮੁਸ਼ਕਲ ਹੋ ਜਾਂਦਾ ਹੈ। ਤੇ ਕਈ ਤਰ੍ਹਾਂ ਦੀਆਂ ਦਰਦਾਂ, ਕਈ ਤਰ੍ਹਾਂ ਦੀਆਂ ਤਕਲੀਫਾਂ, ਮੂਵਮੈਂਟ ਦੇ ਵਿੱਚ ਚੱਲਣ ਵਿੱਚ ਦਿੱਕਤ, ਹੇਠਾਂ ਵਾਲੇ ਪਾਸੇ ਬਹੁਤ ਜ਼ਿਆਦਾ ਭਾਰ ਪੈਂਦੇ ਰਹਿਣਾ, ਇਹੋ ਜਿਹੀਆਂ ਸਾਰੀਆਂ ਕੰਡੀਸ਼ਨਾਂ, ਔਰ ਵਾਰ-ਵਾਰ ਵਾਟਰੀ ਡਿਸਚਾਰਜ ਜਾਂ ਮਿਊਕੋਇਡ ਡਿਸਚਾਰਜ ਜਿਹੜਾ ਹੋਣਾ, ਇਹ ਇਹੋ ਜਿਹੀਆਂ ਹਾਲਾਤਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਕਰਕੇ ਆਮ ਤੌਰ ਤੇ ਐਂਟੀਨੇਟਲ ਕਲੀਨਿਕਾਂ ਦੇ ਵਿੱਚ ਡਾਕਟਰ ਲੋਕ ਚੈੱਕ ਕਰਦੇ ਨੇ, ਦੇਖਦੇ ਨੇ ਕਿ ਕੀ ਕਾਰਨ ਹੋ ਸਕਦੀ ਹੈ। ਔਰ ਅੱਜ ਕੱਲ੍ਹ ਤਾਂ ਡਿਵੈਲਪਡ ਡਿਵਾਈਸਿਸ ਜਿਹੜੀਆਂ ਨੇ ਅਸੀਂ ਸਕੈਨ ਵਗੈਰਾ ਕਰਕੇ ਲੱਭ ਲੈਂਦੇ ਹਾਂ कि भाई बच्चे की एडजस्टमेंट कितने हुई है। पर पहले जो डायग्नोसिस सी वो सिर्फ इन्होंने कंडीशनों के क्लीनिकल साइंस के उपर ही किया जाता सी कि जोड़ा बच्चा है वो अपनी नॉर्मल पोजीशन दे विच नहीं है, और वो प्लेसेंटा जोड़ा है बिल्कुल हेठां जाके लग्या होया है। उन हालातां दे विच प्रेगनेंसी के समय बहुत सारिया दिक्कतां आ सकदियां ने कि जिवें ही लेबर पेन स्टार्ट हुंदियां ने, पहला प्लेसेंटा ने बाहर आउणा है। जे प्लेसेंटा बाहर आया, डिटैच हो गया, और बच्चे नूं आउण विच देर हो गई तो उहदे विच जिहड़ा ऑक्सीडेशन होना सी, जिहड़ी खुराक बच्चे नूं इस समय विच जानी सी, वो नहीं गई। बच्चे की डैथ भी हो सकती, स्टिल बर्थ। आम तौर पर तुसीं सुनिया है कि बच्चा मरिया होया पैदा होया है। इहो जिहे कुछ कारण हुंदे ने, या दूसरे कारण हुंदे ने अंबलाइकल कॉर्ड दे। अंबलाइकल कॉर्ड अगर ज्यादा लंबी हुई, नॉर्मल साइज इहदा 40 सेंटीमीटर हुंदा है, कई बार अंबलाइकल कॉर्ड छोटी हुंदी है, कई बार अंबलाइकल कॉर्ड 60 सेंटीमीटर तक भी हो जाती है। उन्हां हालातां दे विच आम तौर पर कई बार अंबलाइकल कॉर्ड जिवें ही बच्चा मूव कर रहा है अंदर अपने गिलाफ दे विच या मनियोटिक सैक दे विच उहदे गले द्वारा वली जाती है, जिहदे करके भी डायरैक्शन पूरी पैंदी है, खिच पूरी पैंदी है, ते लेबर पेन स्टार्ट हुंदे ही बच्चे दा साह कुटिया जाता है। उन्हां हालातां दे विच भी बड़ा माइन्यूटली वाच करते हुए अजकल डॉक्टर लोग जिहड़े ने जान लैंदे ने, बच्चे की हार्ट बीट देखते हैं, सारा कुछ देखते हैं। और एमरजेंसी केसां दे विच अजकल सर्जिकल इंटरवेंशन हुंदी है ते सर्जिकली उसनूं रिमूव कर लिया जाता है, फटाफट बच्चा जिंदा कढ लिया जाता है। पर अगर ऐसा ना होवे तां अंबलाइकल कॉर्ड दे ज्यादा लंबे होने के कारण भी बच्चे की डेथ जिहड़ी है वो पेट विच ही हो सकती है, डिलीवरी तो पहला भी हो सकती है। इस तरह ही अंबलाइकल कॉर्ड अगर छोटी हुई तो भी यही ही कारण बन सकते हैं कि बच्चे का हैड निकलना शुरू होया, जिहड़ा है सर्वाइकल प्रेजेंटेशन असीं कहने आ। उस हालात दे विच कॉर्ड छोटी हुई, प्लेसेंटा उपर लग्या होया, डायरैक्शन खिच फिर भी बननी हैगी है। उस हालात दे विच भी कई तरह के खचरे वो बन जाते हैं, जिहदे राहीं जिहड़ी कॉर्ड है वो आम तौर पर जनन अंगां दे विच प्रैस हो जाती है, और प्रैस होने के नाल इहदे विचों जान वाली बच्चे नूं खुराक ते ऑक्सीजन नहीं जा सकती। इन हालातां विच भी बच्चे की आम तौर पर डैथ हो सकती हैगी है। सो ये अंबलाइकल कॉर्ड नाल संबंधित कुछ गल्लां सन, ये कुछ प्लेसेंटा दे नाल संबंधित गल्लां सन ਜਿਹੜੀਆਂ ਜਾਣਨੀਆਂ बहुत जरूरी सी। हुण आओ डिलीवरी होने तो बाद ਅਸੀਂ ਇਹ ਸਮਝਦੇ ਹਾਂ ਕਿ ਨਾਰਮਲ ਡਿਲੀਵਰੀ ਹੋ ਗਈ, ਕਿਉਂਕਿ ਕੰਪਲੀਕੇਸ਼ਨਾਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਗਾਇਨੀ ਦਾ ਵਿਸ਼ਾ ਹੈਗਾ, ਤੇ ਜਦੋਂ ਮੈਂ ਬਿਮਾਰੀਆਂ ਦੀਆਂ ਗੱਲਾਂ ਕਰਨੀਆਂ ਨੇ ਕੀ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ ਔਰ ਉਹਨਾਂ ਨੂੰ ਕਿਵੇਂ ਰਿਮੂਵ ਕੀਤਾ ਜਾਣਾ ਚਾਹੀਦਾ ਹੈ, ਕਿਸ ਤਰ੍ਹਾਂ ਦੀ ਸਰਜੀਕਲ ਇੰਟਰਵੈਂਸ਼ਨ ਸਾਨੂੰ ਜ਼ਰੂਰਤ ਹੁੰਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ, ਜਿਹਦੇ ਵਾਸਤੇ ਪ੍ਰੀਪੇਅਰਡ ਰਹਿਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਕਈ ਵਾਰ ਟਵਿਨਸ ਪ੍ਰੈਗਨੈਂਸੀ ਹੁੰਦੀ ਹੈ, ਕਿਉਂ ਹੁੰਦੀ ਹੈ ਤੇ ਕੀ ਕਾਰਨ ਹੁੰਦੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਗਾਇਨੀ ਦੇ ਵਿਸ਼ੇ ਵਿੱਚ ਫਿਰ ਦੁਬਾਰਾ ਇੱਕ ਵਾਰ ਵਿਚਾਰਾਂਗੇ ਜਦੋਂ ਇਹ ਸਮਾਂ ਆਏਗਾ।
पर अज असी नार्मल जीवन की डिवेलपमेंट गल कर रहे हैं कि नार्मल जीवन किवें तुरदा, स्पर्म कित्थों तुरिया, ओवम कित्थों तुरिया, ये तुसी जानकारी कर ली और वो एक बच्चा बन के ते अज 280 दिन बाद समझो मां दे पेट दे विचों बाहर आ गया है। थोड़ा जिहा ब्रेक दा एक समा हो गया, ब्रेक तो बाद फिर असी इस प्रोग्राम नूं अगे लैके चलदे हां ते नवीं इबारत इस तो अगे दी जिहड़ी है तुहाडे नाल सांझी कीती जाएगी।